ਪਿਆਰੇ ਬੱਚਿਓ, ਇਸ ਵੀਡੀਓ ਲੈਕਚਰ ਵਿੱਚ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਜੋ ਲੇਖ ਹਨ ਤੁਹਾਨੂੰ ਮਾਈ ਮਦਰਲੈਂਡ ਅਤੇ ਡਿਸਿਪਲਨ, ਇਹਨਾਂ ਦੀ ਲਾਈਨ ਟੂ ਲਾਈਨ ਪੰਜਾਬੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਕਰਵਾਵਾਂਗਾ। ਚਲੋ ਦੇਖੋ ਬੇਟਾ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਮਾਈ ਮਦਰਲੈਂਡ, ਮੇਰੀ ਮਾਤ ਭੂਮੀ। ਇੰਡੀਆ ਇਜ਼ ਮਾਈ ਮਦਰਲੈਂਡ, ਭਾਰਤ ਮੇਰੀ ਮਾਤ ਭੂਮੀ ਹੈ। ਮੋਸਟ ਆਫ ਦਾ ਪੀਪਲ ਹੇਅਰ ਲਿਵ ਇਨ ਵਿਲੇजेस, ਬਹੁਤੇ ਲੋਕ ਇੱਥੇ ਪਿੰਡਾਂ ਵਿੱਚ ਰਹਿੰਦੇ ਹਨ। ਦੇਅਰ ਆਰ ਮੈਨੀ ਬਿਗ ਸਿਟੀਜ਼ ਆਲਸੋ, ਇੱਥੇ ਬਹੁਤ ਸਾਰੇ ਵੱਡੇ ਸ਼ਹਿਰ ਵੀ ਹਨ। ਮੁੰਬਈ, ਦਿੱਲੀ, ਕੋਲਕਾਤਾ ਐਂਡ ਚੇਨਈ ਆਰ ਸਮ ਆਫ them। ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ ਇਹਨਾਂ ਵਿੱਚੋਂ ਕੁਝ ਹਨ। ਇੰਡੀਆ ਇਜ਼ ਅ ਲੈਂਡ ਆਫ ਸੇਂਟਸ, ਭਾਰਤ ਸੰਤਾਂ ਦੀ ਧਰਤੀ ਹੈ। ਅੱਗੇ ਬੇਟਾ ਸੰਤਾਂ ਦੇ ਨਾਮ ਆਪਾਂ ਲਿਖ ਦੇਵਾਂਗੇ। ਕਾਲੀਦਾਸ, ਕਬੀਰ ਐਂਡ ਗੁਰੂ ਨਾਨਕ ਆਰ ਸਮ ਆਫ them। ਕਾਲੀਦਾਸ, ਕਬੀਰ ਅਤੇ ਗੁਰੂ ਨਾਨਕ ਇਹਨਾਂ ਵਿੱਚੋਂ ਕੁਝ ਹਨ। ਇੰਡੀਆ ਇਜ਼ ਅ ਵੈਰੀ ਬਿਗ ਕੰਟਰੀ, ਇੰਡੀਆ ਬਹੁਤ ਵੱਡਾ ਦੇਸ਼ ਹੈ। ਉਸ ਤੋਂ ਬਾਅਦ ਬੇਟਾ ਇਸ ਦੇ ਦਿਸ਼ਾਵਾਂ ਵਿੱਚ ਕੀ ਕੀ ਹੈ ਇਹ ਲਿਖ ਦੇਵਾਂਗੇ। ਇਨ ਇਟਸ ਨਾਰਥ, ਇਸ ਦੇ ਨਾਰਥ ਵਿੱਚ ਕੀ ਹੈ। ਦੇਅਰ ਆਰ ਹਿਮਾਲਿਆਸ, ਇਸ ਦੇ ਨਾਰਥ ਵੱਲ ਹਿਮਾਲਿਆਸ ਹਨ। ਦੇ ਆਰ ਦਾ ਹਾਈਐਸਟ ਮਾਊਂਟੇਨਸ ਇਨ ਦਾ ਵਰਲਡ, ਇਹ ਸਭ ਤੋਂ ਉੱਚੇ ਪਹਾੜ ਹਨ ਸੰਸਾਰ ਦੇ ਵਿੱਚ। ਦਾ ਇੰਡੀਅਨ ਓਸ਼ੀਅਨ ਇਜ਼ ਇਟਸ ਸਾਊਥ, ਜੋ ਇੰਡੀਅਨ ਓਸ਼ੀਅਨ ਹੈ, ਹਿੰਦ ਮਹਾਸਾਗਰ ਹੈ, ਇਸ ਦੇ ਸਾਊਥ ਵੱਲ ਹੈ, ਦੱਖਣ ਵੱਲ ਹੈ। ਇੰਡੀਆ ਇਜ਼ ਅ ਲੈਂਡ ਆਫ ਬਿਗ ਫੋਰੈਸਟਸ, ਇੰਡੀਆ ਵੱਡੇ ਵੱਡੇ ਜੰਗਲਾਂ ਦੀ ਧਰਤੀ ਹੈ। ਜੰਗਲਾਂ ਦੀ ਵੈਲੀਜ਼ ਹੁੰਦੀਆਂ ਬੇਟਾ ਘਾਟੀਆਂ ਐਂਡ ਰਿਵਰਸ ਅਤੇ ਨਦੀਆਂ। ਇੰਡੀਆ ਇਜ਼ ਏ ਲੈਂਡ ਆਫ ਬਿਗ ਫੋਰੈਸਟਸ, ਵੈਲੀਜ਼ ਐਂਡ ਰਿਵਰਸ। ਇੰਡੀਆ ਵੱਡੇ ਵੱਡੇ ਜੰਗਲਾਂ, ਘਾਟੀਆਂ ਅਤੇ ਨਦੀਆਂ ਦੀ ਧਰਤੀ ਹੈ। ਦੇ ਐਡ ਟੂ ਇਟਸ ਬਿਊਟੀ, ਇਹ ਇਸ ਦੀ ਸੁੰਦਰਤਾ ਵਧਾਉਂਦੀਆਂ ਹਨ। ਐਡ ਟੂ ਹੁੰਦਾ ਬੇਟਾ ਐਡ ਕਰਨਾ, ਵਧਾਉਣਾ। ਦਾ ਸੋਇਲ ਆਫ ਇੰਡੀਆ ਇਜ਼ ਵੈਰੀ ਫਰਟਾਈਲ, ਭਾਰਤ ਦੀ ਜੋ ਮਿੱਟੀ ਹੈ ਉਹ ਬਹੁਤ ਉਪਜਾਊ ਹੈ। ਫਰਟਾਈਲ ਹੁੰਦਾ ਹੈ ਉਪਜਾਊ। ਇਟ ਗਿਵਸ ਅਸ ਮੈਨੀ ਕਾਈਂਡਸ ਆਫ ਕ੍ਰੌਪਸ, ਇਹ ਸਾਨੂੰ ਬਹੁਤ ਸਾਰੀਆਂ ਕਿਸਮਾਂ ਦੀਆਂ ਫਸਲਾਂ ਦਿੰਦੀ ਹੈ। ਇੰਡੀਆ ਇਜ਼ ਅ ਲੈਂਡ ਆਫ ਲਾਇਨਸ, ਟਾਈਗਰਸ ਐਂਡ ਐਲੀਫੈਂਟਸ, ਭਾਰਤ ਸ਼ੇਰਾਂ ਦੀ, ਚੀਤਿਆਂ ਦੀ ਅਤੇ ਹਾਥੀਆਂ ਦੀ ਧਰਤੀ ਹੈ। ਇੰਡੀਅਨਸ ਆਰ ਬਰੇਵ ਐਂਡ ਵਾਈਜ਼ ਪੀਪਲ, ਭਾਰਤੀ ਬਹਾਦਰ ਅਤੇ ਸਿਆਣੇ ਲੋਕ ਹਨ। ਦੇ ਆਰ ਪੀਸ ਲਵਿੰਗ ਪੀਪਲ, ਇਹ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਲੋਕ ਹਨ। ਪੀਸ ਲਵਿੰਗ ਹੁੰਦਾ ਬੇਟਾ ਸ਼ਾਂਤੀ ਨੂੰ ਪਿਆਰ ਕਰਨ ਵਾਲੇ। ਆਈ ਐਮ ਪ੍ਰਾਊਡ ਆਫ ਮਾਈ ਕੰਟਰੀ ਐਂਡ ਇਟਸ ਪੀਪਲ, ਮੈਨੂੰ ਆਪਣੇ ਦੇਸ਼ ਅਤੇ ਇਸ ਦੇ ਲੋਕਾਂ ਦੇ ਉੱਪਰ ਮਾਣ ਹੈ। ਧਿਆਨ ਨਾਲ ਬੇਟਾ ਇਸ ਲੇਖ ਨੂੰ ਤੁਸੀਂ ਪੜ੍ਹਨਾ ਹੈ। ਲਾਈਨ ਟੂ ਲਾਈਨ ਮੈਂ ਪੰਜਾਬੀ ਇਸ ਦੀ ਕਰਵਾ ਦਿੱਤੀ ਹੈ। ਇਸ ਨੂੰ ਆਪਣੀਆਂ ਕਾਪੀਆਂ ਦੇ ਉੱਪਰ ਵੀ ਲਿਖ ਲੈਣਾ ਹੈ ਅਤੇ ਚੰਗੀ ਤਰ੍ਹਾਂ ਯਾਦ ਕਰਨਾ ਹੈ। ਉਸ ਤੋਂ ਅਗਲਾ ਲੇਖ ਜੋ ਆਪਾਂ ਕਰਨ ਜਾ ਰਹੇ ਹਾਂ ਉਹ ਹੈ ਬੇਟਾ ਡਿਸਿਪਲਨ, ਅਨੁਸ਼ਾਸਨ। ਦੇਖੋ ਇਸ ਦੀ ਲਾਈਨ ਟੂ ਲਾਈਨ ਪੰਜਾਬੀ। ਡਿਸਿਪਲਨ ਇਜ਼ ਨੈਸੈਸਰੀ ਇਨ ਐਵਰੀ ਵਾਕ ਆਫ ਲਾਈਫ, ਅਨੁਸ਼ਾਸਨ ਜ਼ਰੂਰੀ ਹੈ ਜੀਵਨ ਦੇ ਹਰੇਕ ਖੇਤਰ ਦੇ ਵਿੱਚ। ਅਨੁਸ਼ਾਸਨ ਜੀਵਨ ਦੇ ਹਰੇਕ ਖੇਤਰ ਦੇ ਵਿੱਚ ਜ਼ਰੂਰੀ ਹੈ। ਐਨੀ ਹਾਊਸ ਵਿਦਆਊਟ ਡਿਸਿਪਲਨ, ਕੋਈ ਵੀ ਘਰ ਬਿਨਾਂ ਡਿਸਿਪਲਨ ਤੋਂ ਵਿਲ ਸ਼ੋਰਲੀ ਗੋ ਟੂ ਦਾ ਡੌਗਸ, ਪੱਕਾ ਹੀ ਨਸ਼ਟ ਹੋ ਜਾਵੇਗਾ। ਜੇਕਰ ਕਿਸੇ ਘਰ ਦੇ ਵਿੱਚ ਡਿਸਿਪਲਨ ਨਹੀਂ ਹੈ ਤਾਂ ਉਹ ਪੱਕਾ ਹੀ ਨਸ਼ਟ ਹੋ ਜਾਵੇਗਾ। ਗੋ ਟੂ ਦਾ ਡੌਗਸ ਬੇਟਾ ਇਹ ਮੁਹਾਵਰਾ ਹੈ ਇੱਕ, ਇਸ ਦਾ ਮਤਲਬ ਹੈ ਨਸ਼ਟ ਹੋ ਜਾਣਾ। ਅ ਟੀਚਰ ਕੈਨੋਟ ਟੀਚ, ਇੱਕ ਟੀਚਰ ਨਹੀਂ ਪੜ੍ਹਾ ਸਕਦਾ। ਕੈਨੋਟ ਕੀ ਹੁੰਦਾ ਬੇਟਾ ਨਹੀਂ ਸਕਦਾ, ਟੀਚ ਹੁੰਦਾ ਪੜ੍ਹਾ। ਇੱਕ ਟੀਚਰ ਨਹੀਂ ਪੜ੍ਹਾ ਸਕਦਾ ਇਫ ਹਿਜ਼ ਸਟੂਡੈਂਟਸ ਡੋਂਟ ਕੀਪ ਡਿਸਿਪਲਨ ਇਨ ਦਾ ਕਲਾਸ, ਜੇਕਰ ਉਸਦੇ ਵਿਦਿਆਰਥੀ ਅਨੁਸ਼ਾਸਨ ਨਹੀਂ ਰੱਖਦੇ ਕਲਾਸ ਵਿੱਚ।
ਜੇਕਰ ਉਸਦੇ ਵਿਦਿਆਰਥੀ ਕਲਾਸ ਵਿੱਚ ਅਨੁਸ਼ਾਸਨ ਨਹੀਂ ਰੱਖਦੇ ਤਾਂ ਇੱਕ ਟੀਚਰ ਨਹੀਂ ਪੜ੍ਹਾ ਸਕਦਾ। The head of the family cannot run his family। ਇੱਕ ਫੈਮਿਲੀ ਦਾ ਜੋ ਮੁਖੀਆ ਹੈ ਉਹ ਪਰਿਵਾਰ ਨੂੰ ਨਹੀਂ ਚਲਾ ਸਕਦਾ if its members don't maintain discipline। ਜੇਕਰ ਉਸਦੇ ਮੈਂਬਰਸ ਹਨ, ਜੋ ਫੈਮਿਲੀ ਮੈਂਬਰਸ ਹਨ, ਡਿਸਿਪਲਿਨ ਮੇਨਟੇਨ ਕਰਕੇ ਨਹੀਂ ਰੱਖਦੇ, ਬਣਾ ਕੇ ਨਹੀਂ ਰੱਖਦੇ। The members of an assembly must observe discipline। ਜੋ ਕਿਸੇ ਸਭਾ ਦੇ ਮੈਂਬਰ ਹਨ ਉਹਨਾਂ ਨੂੰ ਵੀ ਜ਼ਰੂਰ ਡਿਸਿਪਲਿਨ ਬਣਾ ਕੇ ਰੱਖਣਾ ਚਾਹੀਦਾ ਹੈ। If they want to do any good job। ਜੇਕਰ ਉਹ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਨ। ਇਹ ਬੇਟਾ ਤੁਸੀਂ ਯਾਦ ਰੱਖਣਾ ਕਿਹੜੀਆਂ ਕਿਹੜੀਆਂ ਲਾਈਨਾਂ ਹਨ ਇਹ। ਇੱਕ ਟੀਚਰ ਵਾਲੀ ਲਾਈਨ ਹੋ ਗਈ, ਦੂਸਰੀ ਹੈਡ ਆਫ ਦਾ ਫੈਮਿਲੀ ਵਾਲੀ ਲਾਈਨ ਹੋ ਗਈ, ਤੀਸਰੀ ਮੈਂਬਰ ਆਫ ਐਨ ਅਸੈਂਬਲੀ ਅਤੇ ਚੌਥੀ ਕਿਹੜੀ ਲਾਈਨ ਹੋ ਗਈ, नो ऑफिस कैन फंक्शन विदाउट डिसिप्लिन। ऑफिस वाली लाइन होगी, कोई भी ऑफिस फंक्शन नहीं कर सकता, काम नहीं कर सकता। फंक्शन होता बेटा काम करना। नो ऑफिस कैन फंक्शन विदाउट डिसिप्लिन। कोई भी ऑफिस, कोई भी दफ्तर काम नहीं कर सकता जेकर डिसिप्लिन ना होवे। ईवन इन अ प्लेग्राउंड। ਇੱਥੋਂ ਤੱਕ ਕਿ ਇੱਕ ਪਲੇਗਰਾਉਂਡ ਦੇ ਵਿੱਚ the players have to obey the rules of the game। ਜੋ ਖਿਡਾਰੀ ਹੁੰਦੇ ਹਨ ਉਹਨਾਂ ਨੂੰ ਪਾਲਣਾ ਕਰਨੀ ਪੈਂਦੀ ਹੈ ਗੇਮਸ ਦੇ ਰੂਲਾਂ ਦੀ। they have to play under discipline। ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਖੇਡਣਾ ਪੈਂਦਾ ਹੈ। without discipline they cannot win। ਬਿਨਾਂ ਅਨੁਸ਼ਾਸਨ ਦੇ ਉਹ ਨਹੀਂ ਜਿੱਤ ਸਕਦੇ। ਇਹ ਵੇਖੋ ਬੇਟਾ ਪਲੇਗਰਾਉਂਡ ਦੇ ਨਾਲ ਸੰਬੰਧਿਤ ਤਿੰਨ ਲਾਈਨਾਂ ਇਹ ਹੋ ਗਈਆਂ ਇੱਥੇ, ਇਸ ਤਰ੍ਹਾਂ ਯਾਦ ਰੱਖਣੀਆਂ। No work or progress is possible without discipline। ਕੋਈ ਵੀ ਕੰਮ ਜਾਂ ਤਰੱਕੀ ਸੰਭਵ ਨਹੀਂ ਹੈ ਬਿਨਾਂ ਅਨੁਸ਼ਾਸਨ ਤੋਂ। It must be kept in mind that discipline cannot be enforced by law alone। ਇਹ ਜ਼ਰੂਰ ਮਨ ਵਿੱਚ ਰੱਖਣਾ ਚਾਹੀਦਾ ਹੈ, ਦਿਮਾਗ ਵਿੱਚ ਸਾਨੂੰ ਰੱਖਣਾ ਚਾਹੀਦਾ ਹੈ ਕਿ ਅਨੁਸ਼ਾਸਨ ਲਾਗੂ ਨਹੀਂ ਕੀਤਾ ਜਾ ਸਕਦਾ ਇਕੱਲੇ ਕਾਨੂੰਨ ਦੁਆਰਾ। ਜੇਕਰ ਬੇਟਾ ਇਕੱਲੇ ਕਾਨੂੰਨ ਦੀ ਗੱਲ ਕਰੀਏ, ਕਾਨੂੰਨ ਤਾਂ ਕੀ ਹੈ, ਅਨੁਸ਼ਾਸਨ ਬਣਾ ਦਿੰਦਾ ਹੈ, ਰੂਲਸ ਬਣਾ ਦਿੰਦਾ ਹੈ। ਇਕੱਲਾ ਕਾਨੂੰਨ ਦੁਆਰਾ ਅਨੁਸ਼ਾਸਨ ਲਾਗੂ ਨਹੀਂ ਕੀਤਾ ਜਾ ਸਕਦਾ। ਇਟ ਹੈਜ਼ ਟੂ ਕਮ ਫਰੋਮ ਵਿਦਨ। ਇਹ ਤਾਂ ਸਾਡੇ ਅੰਦਰੋਂ ਹੀ ਆਉਣਾ ਚਾਹੀਦਾ ਹੈ। ਜੇਕਰ ਅਸੀਂ ਮਨ ਬਣਾ ਲਈਏ ਕਿ ਡਿਸਿਪਲਿਨ ਦੇ ਅਨੁਸਾਰ ਹੀ ਕੰਮ ਕਰਨਾ ਹੈ ਨਾ, ਫੇਰ ਹੀ ਅਸੀਂ ਕੋਈ ਤਰੱਕੀ ਕਰ ਸਕਦੇ ਹਾਂ ਤੇ ਹਰ ਇੱਕ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਇਕੱਲਾ ਕਾਨੂੰਨ ਦੁਆਰਾ ਜੋ ਹੈ ਅਨੁਸ਼ਾਸਨ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਬੇਟਾ ਸਨ ਤੁਹਾਡੇ 10ਵੀਂ ਕਲਾਸ ਦੇ ਸਿਲੇਬਸ ਵਿੱਚ ਜੋ ਦੋ ਐਸੇ ਹਨ, ਡਿਸਿਪਲਿਨ ਅਤੇ ਮਾਈ ਮਦਰਲੈਂਡ। ਇਹਨਾਂ ਦੋਵਾਂ ਨੂੰ ਬੇਟਾ ਤੁਸੀਂ ਆਪਣੀਆਂ ਨੋਟਬੁੱਕਸ ਦੇ ਉੱਤੇ ਲਿਖ ਲੈਣਾ ਹੈ ਅਤੇ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਓਕੇ ਸਟੂਡੈਂਟਸ, ਗੁੱਡ ਬਾਏ।